ਕਹਿੰਦੇ ਨੇ ਇਨਸਾਨ ਕਦੀ ਬੇਵਸ ਨਹੀਂ ਹੁੰਦਾ। ਬੇਵਸੀ ਦੇ ਆਲਮ ਵਿੱਚ ਜੇ ਇਨਸਾਨ ਆਪਣੀ ਹਿੰਮਤ ਬਰਕਰਾਰ ਰੱਖੇ ਤਾਂ ਨਵੇਂ ਰਸਤੇ ਨਿਕਲ ਹੀ ਆਉਂਦੇ ਨੇ। ਅਜਿਹਾ ਹੀ ਕੁਝ ਕਰ ਦਿਖਾਇਆ ਹੈ ਗੁਰਦਾਸਪੁਰ ਦੀ 80% ਅਪੰਗ 16 ਸਾਲ ਦੀ ਲੜਕੀ ਕਾਜਲ ਨੇ, ਜੋ ਜਨਮ ਤੋਂ ਹੀ ਚਲਨ ਫਿਰਨ ਦੇ ਵਿੱਚ ਅਸਮਰਥ ਹੈ, ਪਰ ਉਸ ਨੇ ਆਪਣੀ ਮਿਹਨਤ ਅਤੇ ਲਗਨ ਦੀ ਬਦੌਲਤ ਪੜ੍ਹਾਈ ਵਿੱਚ ਚੰਗਾ ਮੁਕਾਮ ਹਾਸਿਲ ਕੀਤਾ ਅਤੇ ਹੁਣ ਕੌਮੀ ਪੱਧਰ ਤੇ ਹੋਏ ਡਰਾਇੰਗ ਮੁਕਾਬਲਿਆਂ ਵਿੱਚ ਦੂਸਰੇ ਸਥਾਨ ਤੇ ਰਹਿ ਕੇ ਸਾਲਾਨਾ ਵਜ਼ੀਫੇ ਦੀ ਹੱਕਦਾਰ ਬਣੀ ਹੈ। ਕਾਜਲ ਨੇ ਦੱਸਿਆ ਕਿ ਜਦੋਂ ਉਸਨੇ ਹੋਸ਼ ਸੰਭਾਲੀ ਤਾਂ ਉਸਨੂੰ ਆਪਣੇ ਸਰੀਰ ਦੀ ਕਮੀ ਦਾ ਪਤਾ ਲੱਗਿਆ। मेरा नाम काजल है, मेरी एज 16 ईयर्स है ਤੇ ਮੈਂ ਨੈਸ਼ਨਲ ਪੇਂਟਿੰਗ ਕੰਪੀਟੀਸ਼ਨ ਲੜਿਆ ਜਿਹਦੇ ਵਿੱਚ ਮੇਰੀ ਸੈਕੰਡ ਪੋਜੀਸ਼ਨ ਆਈ ਤੇ ਮੈਂ ਇੱਥੋਂ ਤੱਕ ਆਪਣੇ ਪੇਰੈਂਟਸ ਤੇ ਰਮੇਸ਼ ਮਹਾਜਨ ਸਰ ਦੀ ਸਪੋਰਟ ਨਾਲ ਪਹੁੰਚੀ ਹਾਂ, ਜਿਨ੍ਹਾਂ ਨੇ ਰਮੇਸ਼ ਸਰ ਨੇ ਮੈਨੂੰ ਇੰਨੀ ਸਪੋਰਟ ਦਿੱਤੀ ਕਿ ਮੈਂ ਅੱਜ ਤੱਕ ਇੱਥੇ ਤੱਕ ਪਹੁੰਚੀ ਹਾਂ। ਸਰ ਮੈਂ 6 ਏਜ ਵਿੱਚ ਸ਼ੁਰੂ ਕੀਤਾ ਸੀ ਤੇ ਉਸ ਤੋਂ ਬਾਅਦ ਮੈਂ ਵੱਖ-ਵੱਖ ਕੰਪੀਟੀਸ਼ਨ ਡਿਸਟ੍ਰਿਕਟ ਲੈਵਲ, ਸਟੇਟ ਲੈਵਲ, ਫਿਰ ਹੋਰ ਛੋਟੇ ਮੋਟੇ ਜਿਹੜੇ ਕੰਪੀਟੀਸ਼ਨ ਹੁੰਦੇ ਉਹਨਾਂ ਵਿੱਚ ਪਾਰਟੀਸਪੇਟ ਕੀਤਾ ਤੇ ਤਕਰੀਬਨ 45 ਮੈਡਲਸ ਤੇ ਟਰੋਫੀਜ਼ ਜਿੱਤੀਆਂ। ਉਸ ਸਮੇਂ ਉਸ ਨੂੰ ਦੁੱਖ ਤਾਂ ਹੋਇਆ, ਪਰ ਉਸ ਸਮੇਂ ਉਸ ਦੀ ਸੋਚ ਬਚਪਨ ਵਾਲੀ ਸੀ। ਹੌਲੀ ਹੌਲੀ ਸਮੇਂ ਦੇ ਨਾਲ ਉਸ ਨੇ ਆਪਣੀ ਕਮਜ਼ੋਰੀ ਨੂੰ ਆਪਣੀ ਤਾਕਤ ਬਣਾਇਆ ਅਤੇ ਬੈਠੇ ਬੈਠੇ ਹੀ ਪੜ੍ਹਨਾ ਸ਼ੁਰੂ ਕਰ ਦਿੱਤਾ। ਮਾਤਾ ਪਿਤਾ ਦੇ ਸਹਿਯੋਗ ਨਾਲ ਉਸ ਨੂੰ ਪੇਂਟਿੰਗ ਦਾ ਸ਼ੌਂਕ ਵੀ ਜਾਗਣ ਲੱਗਾ ਅਤੇ ਹੌਲੀ ਹੌਲੀ ਉਹ ਪੇਂਟਿੰਗ ਵਿੱਚ ਵੀ ਮਾਹਰ ਹੋ ਗਈ। ਕਾਜਲ ਨੇ ਕਦੀ ਕੋਈ ਟਿਊਸ਼ਨ ਨਹੀਂ ਰੱਖੀ ਅਤੇ ਸਰਕਾਰੀ ਸਕੂਲ ਵਿੱਚ ਪੜ੍ਹਦੀ ਹੈ। ਬਾਲ ਭਲਾਈ ਕੌਂਸਲ ਨਾਲ ਸੰਬੰਧਿਤ ਰਮੇਸ਼ ਮਹਾਜਨ ਨੇ ਉਸ ਵਿੱਚ ਛੁਪੀ ਹੋਈ ਪ੍ਰਤਿਭਾ ਨੂੰ ਹੋਰ ਉਭਾਰਿਆ ਅਤੇ ਉਹਨਾਂ ਦੇ ਸਹਿਯੋਗ ਨਾਲ ਉਹ ਵੱਖ-ਵੱਖ ਪ੍ਰਤੀਯੋਗਿਤਾਵਾਂ ਵਿੱਚ ਹਿੱਸਾ ਲੈਣ ਲੱਗ ਪਈ। ਭਲਾਈ ਕੌਂਸਲ ਗੁਰਦਾਸਪੁਰ ਦਾ ਆਨਰ ਸੈਕਟਰੀ ਹੈ। ਮੈਨੂੰ 2004 ਵਿੱਚ ਚਾਰਜ ਲਿਆ ਸੀਗਾ। ਜਦੋਂ ਇਹ 6 ਸਾਲ ਦੀ ਸੀਗੀ ਉਦੋਂ ਆਪਾਂ ਡਿਸਟ੍ਰਿਕਟ ਲੈਵਲ ਪੇਂਟਿੰਗ ਕੰਪੀਟੀਸ਼ਨ ਕਰਾਇਆ ਸੀਗਾ। ਉਦੋਂ ਇਹਦੇ 'ਚ ਮੈਂ ਐਕਸਟਰਾ ਆਰਡੀਨਰੀ ਟੈਲੈਂਟ ਦੇਖੀ ਅਤੇ ਇਹਨੂੰ ਮੈਂ ਪ੍ਰਮੋਟ ਕਰਨ ਵਾਸਤੇ ਕਾਫੀ ਯਤਨ ਕੀਤਾ। ਇਹਦੀ ਟੈਲੈਂਟ ਸੀਗੀ, ਮੇਰਾ ਆਸ਼ੀਰਵਾਦ ਸੀਗਾ, ਮੇਰੀ ਗਾਈਡੈਂਸ ਸੀਗੀ ਅਤੇ ਇਹ ਹੁਣ ਇਸ ਵੇਲੇ ਨੈਸ਼ਨਲ ਲੈਵਲ ਪੇਂਟਿੰਗ ਕੰਪੀਟੀਸ਼ਨ 'ਚ ਸੈਕਿੰਡ ਪ੍ਰਾਈਜ਼ ਲੈ ਕੇ ਨਾ ਕਿ ਪੇਰੈਂਟਸ ਦਾ ਨਾਮ ਰੋਸ਼ਨ ਕੀਤਾ, ਸਕੂਲ ਦਾ ਨਾਮ ਰੋਸ਼ਨ ਕੀਤਾ, ਜ਼ਿਲ੍ਹਾ ਬਾਲ ਭਲਾਈ ਕੌਂਸਲ ਦਾ ਨਾਮ ਰੋਸ਼ਨ ਕੀਤਾ, ਇੱਥੋਂ ਤੱਕ ਕਿ ਪੰਜਾਬ ਦਾ ਵੀ ਨਾਮ ਰੋਸ਼ਨ ਕਰਕੇ ਇੱਕ ਵੱਡੀ ਉਪਲਬਧੀ ਪ੍ਰਾਪਤ ਕੀਤੀ ਹੈ। ਇਹਨੂੰ ਸਰਕਾਰ ਵੱਲੋਂ ਕੀ ਅਪੀਲ ਕਰਨਾ ਚਾਹੋਗੇ? ਸਰਕਾਰ ਨੂੰ ਇਹਨਾਂ ਦੀ ਕਿੱਦਾਂ ਦੀ ਸਹਾਇਤਾ ਜਿਹੜੀ ਉਹ ਚਾਹੀਦੀ? ਇਹਨਾਂ ਨੂੰ ਵਿੱਤੀ ਸਹਾਇਤਾ ਤਾਂ ਜ਼ਰੂਰ ਚਾਹੀਦੀ ਹੈ ਅਤੇ ਇਹਨਾਂ ਨੂੰ ਜਿੱਦਾਂ ਆਪਾਂ ਪ੍ਰਮੋਟ ਕੀਤਾ ਕਾਜਲ ਨੂੰ, ਇੱਦਾਂ ਬਾਕੀ ਜਿਹੜੀਆਂ ਸਟੇਟ ਲੈਵਲ ਜਿਹੜੀਆਂ ਚਾਈਲਡ ਵੈਲਫੇਅਰ ਕਾਊਂਸਲਸ ਨੇ ਪੰਜਾਬ 'ਚ 22, ਉਹਨਾਂ ਨੂੰ ਚਾਹੀਦਾ ਕੋਈ ਇੱਦਾਂ ਦੇ ਐਫਰਟਸ ਕਰਨ ਵੀ ਉਹ ਜਿਹੜੇ ਉਹਨਾਂ ਦੇ ਜ਼ਿਲ੍ਹੇ 'ਚ ਇੱਦਾਂ ਦੇ ਬੱਚੇ ਸਪੈਸ਼ਲ ਪੈਦਾ ਹੁੰਦੇ ਨੇ ਉਹਨਾਂ ਵਾਸਤੇ ਖਾਸ ਯਤਨ ਕੀਤਾ ਜਾਵੇ। ਬੱਚੇ ਦੀ ਇਹੋ ਜਿਹੇ ਸਪੈਸ਼ਲ ਬੱਚੇ ਨੇ ਉਹਨਾਂ 'ਚ ਐਕਸਟਰਾ ਆਰਡੀਨਰੀ ਦਿਮਾਗ ਹੁੰਦਾ। ਸਾਡੇ 'ਚ 7-8% ਹੋਏਗਾ, ਇਹਨਾਂ ਵਿੱਚ 10% ਹੁੰਦਾ। ਇਸ ਕਰਕੇ ਇਹਦੀ ਟੈਲੈਂਟ ਨੂੰ ਯੂਟੀਲਾਈਜ਼ ਕਰਨ ਵਾਸਤੇ ਇਹਨਾਂ ਦੇ ਬੱਚੇ ਦੀ ਹਾਬੀ ਪਹਿਲਾਂ ਰੈਕਗਨਾਈਜ਼ ਕਰਨ, ਉਸ ਹਾਬੀ ਵਿੱਚ ਪਾਇਆ ਜਾਏ। ਜਿੱਦਾਂ ਕਾਜਲ ਨੂੰ ਪੇਂਟਿੰਗ ਵਿੱਚ ਕੰਪੀਟੀਸ਼ਨ ਪੇਂਟਿੰਗ ਦੀ ਆਦਤ ਸੀਗੀ ਅਤੇ ਪੇਂਟਿੰਗ ਦੇ ਵਿੱਚ ਸਾਡਾ ਨੈਸ਼ਨਲ ਲੈਵਲ 'ਤੇ ਪ੍ਰਾਈਜ਼ ਜਿੱਤ ਕੇ ਉਹ ਵੀ ਸੈਕਿੰਡ, ਇੱਕ ਸਾਡਾ ਸਿਰ ਉੱਚਾ ਕੀਤਾ। ਇਹ ਨੈਸ਼ਨਲ ਲੈਵਲ ਪੇਂਟਿੰਗ ਵਿੱਚ 200 ਤੋਂ ਵੱਧ ਬੱਚਾ ਸੀਗਾ ਜਿਹੜਾ ਆਲ ਓਵਰ ਇੰਡੀਆ ਉਹਨਾਂ ਨੇ ਭਾਗ ਲਿਆ ਅਤੇ ਸਾਡੀ 100 ਦਾ ਬੱਚਾ ਸੀਗਾ ਜਿਹੜੇ ਕਿ ਫਸਟ ਆਈ। ਬਾਕੀ ਹੈ ਸਾਡੇ ਪੰਜਾਬ ਨੂੰ ਮਾਣ ਹੈ ਕਿ ਇਹਨੇ ਸੈਕਿੰਡ ਪ੍ਰਾਈਜ਼ ਹਾਸਿਲ ਕੀਤਾ ਹੈ। ਇਹਦੀ ਕੁੜੀ ਵਿੱਚ ਬਹੁਤ ਵੱਡੀ ਟੈਲੈਂਟ ਹੈ। ਮੈਂ ਜਿੱਦਾਂ ਦੱਸਿਆ ਨਾ, IQ ਇਹਦਾ 10% ਤੋਂ ਵੀ ਉੱਤੇ ਹੈ ਜੇ ਚੈੱਕ ਕਰਾਇਆ ਜਾਏ। ਇਹਦੀ ਹੋੜ ਲੱਗੀ ਹੈ ਹੁਣ ਮੈਂ IAS ਬਣਨਾ। ਮੈਂ ਇਹਨੂੰ ਕਿਹਾ ਬੇਟੇ IAS ਬਣ ਸਕਦੀ ਹੈ ਜੇ ਤੂੰ ਵੱਡਾ ਸੁਪਨਾ ਲਿਆ ਅਤੇ ਇਹਨੂੰ ਸੁਪਨੇ ਨੂੰ ਪੂਰੇ ਕਰਨ ਵਾਸਤੇ 100 ਮਤ, ਬਸ ਉਹਨੂੰ ਸੁਪਨੇ ਨੂੰ ਪੂਰਾ ਕਰ। ਪਹਿਲਾਂ ਜ਼ਿਲ੍ਹਾ ਅਤੇ ਪੰਜਾਬ ਪੱਧਰ ਤੇ ਕਈ ਇਨਾਮ ਜਿੱਤੇ ਅਤੇ ਹੁਣ ਨੈਸ਼ਨਲ ਪੇਂਟਿੰਗ ਮੁਕਾਬਲਿਆਂ ਵਿੱਚ ਪੁੱਜ ਕੇ ਉਸਨੇ ਦੂਸਰਾ ਸਥਾਨ ਹਾਸਿਲ ਕੀਤਾ ਹੈ ਅਤੇ ਸਾਲਾਨਾ ਵਜ਼ੀਫੇ ਦੀ ਹੱਕਦਾਰ ਬਣੀ ਹੈ। ਉਸਨੇ ਦੱਸਿਆ ਕਿ ਅਗਲੀਆਂ ਕਲਾਸਾਂ ਵਿੱਚ ਚੰਗੇ ਨੰਬਰ ਹਾਸਲ ਕਰਨਾ,
IAS ਵਿੱਚ ਸਿਲੈਕਟ ਹੋਣਾ ਅਤੇ ਸਰਕਾਰੀ ਅਫਸਰ ਲੱਗਣਾ ਉਸ ਦੀ ਜ਼ਿੰਦਗੀ ਦਾ ਮੁੱਖ ਟੀਚਾ ਹੈ। ਹਾਂਜੀ ਅੱਗੇ ਸਰ ਹੁਣ ਤੇ ਸਰ +2 ਚ ਇਸ ਟਾਈਮ ਨੌਨ ਮੈਡੀਕਲ ਕਰਦੀ ਪਈ ਹਾਂ ਤੇ ਸਰ ਅੱਗੇ UPSC ਕਰਕੇ IAS ਬਣਨਾ ਚਾਹੁੰਦੀ। ਸਰ ਇੱਦਾਂ ਨਹੀਂ ਕਰਨਾ ਚਾਹੀਦਾ, ਲੜਕੀ ਹੋਏ ਜਾਂ ਲੜਕਾ ਹੋਏ ਕੋਈ ਫਰਕ ਨਹੀਂ ਕਰਨਾ ਚਾਹੀਦਾ। ਸਰ ਕਈ ਪੇਰੈਂਟਸ ਇਹੋ ਜਿਹੇ ਵੀ ਹੁੰਦੇ ਜਿਹੜੇ ਮਤਲਬ ਕਿ ਡਿਸੇਬਲ ਬੱਚਿਆਂ ਨੂੰ ਸੁੱਟ ਦਿੰਦੇ ਜਾਂ ਆਸ਼ਰਮ 'ਚ ਭੇਜ ਦਿੰਦੇ। ਸਰ ਇੱਦਾਂ ਨਹੀਂ ਕਰਨਾ ਚਾਹੀਦਾ, ਬੱਚੇ ਹੁੰਦੇ ਆ, ਉਹਨਾਂ ਦੀ ਵੀ ਫੀਲਿੰਗਸ ਹੁੰਦੀਆਂ ਸਰ, ਉਹਨਾਂ ਨੂੰ ਵੀ ਇਕੁਅਲੀ ਸਮਝਣਾ ਚਾਹੀਦਾ। ਸਰ ਮੈਨੂੰ ਤੇ ਬਹੁਤ ਜ਼ਿਆਦਾ ਸਭ ਤੋਂ ਜ਼ਿਆਦਾ ਯੋਗਦਾਨ ਕਿਹਦਾ ਰਿਹਾ ਇੱਥੇ ਤੱਕ? ਸਰ ਪੇਰੈਂਟਸ ਤੇ ਰਮੇਸ਼ ਮਹਾਜਨ ਸਰ ਦਾ। ਹੈ ਨਾ ਜਾਂ ਹਾਂਜੀ ਸਰ ਕਦੀ ਛੇੜਦੇ ਪਰ ਵਿੱਚੋਂ ਕਈ ਸਪੋਰਟੇਬਲ ਵੀ ਹੁੰਦੇ ਆ। ਕਿੰਨਾ ਕੁ ਮਾਣ ਮਹਿਸੂਸ ਹੋ ਰਿਹਾ ਆਪਣੇ? ਸਰ ਬਹੁਤ ਜ਼ਿਆਦਾ। ਸਰ ਦੂਸਰਿਆਂ ਨੂੰ ਇਹ ਕਹਿਣਾ ਚਾਹੀਦਾ ਜੇ ਮੈਂ ਕਰ ਸਕਦੀ ਤੇ ਤੁਸੀਂ ਵੀ ਕਰ ਸਕਦੇ ਹੋ। ਤੁਸੀਂ ਵੀ ਆਪਣੇ ਪੇਰੈਂਟਸ ਟੀਚਰਸ ਦਾ ਨਾਮ ਰੋਸ਼ਨ ਕਰੋ। ਤੇ ਰਮੇਸ਼ ਮਹਾਜਨ ਵਰਗੇ ਸਰਜ਼ ਹੁੰਦੇ ਹੀ ਆ ਜਿਹੜੇ ਇੱਥੋਂ ਤੱਕ ਬੱਚਿਆਂ ਨੂੰ ਪਹੁੰਚਾਉਂਦੇ ਆ। ਸਰ ਕਈ ਬੱਚੇ ਐਸੇ ਵੀ ਹੁੰਦੇ ਜਿਨ੍ਹਾਂ ਨੂੰ ਮੌਕਾ ਨਹੀਂ ਮਿਲਦਾ। ਕੁਮਾਰ ਆ, ਮੈਂ ਧਾਰੀਵਾਲ ਦਾ ਰਹਿਣ ਵਾਲਾ। ਜਦੋਂ ਇਹਦੀ 9th ਮੰਥ ਦੀ ਏਜ ਹੋਈ ਉਦੋਂ ਸਾਨੂੰ ਕੁਝ ਮਹਿਸੂਸ ਹੋਣਾ, ਸਿੰਪਟਮਸ ਇੱਦਾਂ ਲੱਗੇ ਕੁਛ, ਅਤੇ ਉਸ ਤੋਂ ਬਾਅਦ 1 ਸਾਲ ਬਾਅਦ ਕਲੀਅਰ ਹੋ ਗਿਆ ਇਹ ਚੀਜ਼ ਨੂੰ। ਅਤੇ ਫਿਰ ਆਪਾਂ ਦਾ ਟ੍ਰੀਟਮੈਂਟ ਕਰਾਉਂਦੇ ਰਹੇ ਹਰ ਜਗ੍ਹਾ 'ਤੇ, ਲੇਕਿਨ ਕਿਤੋਂ ਵੀ ਕੋਈ ਫਾਇਦਾ ਨਹੀਂ ਹੋ ਪਾਇਆ। ਅਤੇ ਫਿਰ ਇਹ ਘਰ ਹੀ ਰਹਿੰਦੀ ਰਹੀ ਹੈ। ਅਤੇ ਘਰ ਤੋਂ ਬਾਅਦ ਇਹਨੂੰ ਜਦੋਂ ਇਹਦੀ ਏਜ 5 ਸਾਲ ਦੀ ਹੋਈ ਅਤੇ ਇਹਨੂੰ ਆਪਣੇ ਆਪ ਪੜ੍ਹਾਈ ਦਾ ਸ਼ੌਂਕ ਪੈ ਗਿਆ। ਫਿਰ ਇਹ ਹੌਲੀ ਹੌਲੀ ਆਪ ਹੀ ਘਰ ਇਹਨੂੰ ਬੁੱਕਸ ਲੈ ਕੇ ਦਿੱਤੀਆਂ, ਪੜ੍ਹਨ ਲੱਗ ਪਈ। ਫਿਰ ਪੜ੍ਹਨ ਤੋਂ ਬਾਅਦ ਇਹਨੂੰ ਪੇਂਟਿੰਗ ਦਾ ਡਰਾ ਕਰਨ ਦਾ ਸ਼ੌਂਕ ਪੈ ਗਿਆ। ਉਹਨੂੰ ਡੋਟਿੰਗ ਕਰਕੇ ਦੇ ਦਿੰਦਾ, ਨੇ ਡਰਾ ਕਰਨਾ ਸ਼ੁਰੂ ਕਰ ਦੇਣਾ ਪੇਂਟਿੰਗ ਨੂੰ। ਫਿਰ ਇੱਕ ਮੈਡਮ ਨਾਲ ਦੀ ਮੁਲਾਕਾਤ ਹੋਈ, ਉਹ ਫਿਰ ਕੋ ਘਰ ਆਉਂਦੇ ਰਹੇ ਆ ਅਤੇ ਉਹ ਵੀ ਇਹਨੂੰ ਪੜ੍ਹਾਉਂਦੇ ਰਹੇ। ਫਿਰ ਉਹਨਾਂ ਕਿਹਾ ਇਹਨੂੰ ਸਕੂਲ ਲੈ ਕੇ ਜਾਣਾ, ਅਤੇ ਇਹਨੂੰ ਸਰਕਾਰੀ ਸਕੂਲ ਲੈ ਕੇ ਗਏ। ਉਹ ਸਰਕਾਰੀ ਸਕੂਲ ਜਾਣ ਤੋਂ ਬਾਅਦ ਇਹਦਾ ਪੇਂਟਿੰਗ ਦਾ ਸ਼ੌਂਕ ਹੋਰ ਵੱਧ ਗਿਆ। ਫਿਰ ਨਾਲ ਸਟੱਡੀ ਲੈਵਲ ਵੀ ਅੱਛਾ ਹੋਣ ਲੱਗ ਪਿਆ। ਅਤੇ ਟੋਟਲੀ ਐਜੂਕੇਸ਼ਨ ਜਿਹੜੀ ਹੈ ਸਾਰੀ ਸਰਕਾਰੀ ਸਕੂਲ ਦੀ ਹੈਗੀ ਆ, ਕੋਈ ਕੌਨਵੈਂਟ ਸਕੂਲ ਨਹੀਂ ਹੈਗਾ। ਸਰ ਦੇਖੋ, ਬੰਦਾ ਹਾਰਟ ਜ਼ਰੂਰ ਹੁੰਦਾ ਵਾ, ਲੇਕਿਨ ਜੋ ਪਰਮਾਤਮਾ ਦੀ ਮਰਜ਼ੀ ਆ ਉਹਦੇ ਅੱਗੇ ਬੰਦਾ ਕੁਛ ਨਹੀਂ ਕਰ ਸਕਦਾ। ਠੀਕ ਹੈ, ਦੇਖੋ ਕਹਿੰਦੇ ਉਹਦਾ ਪਾਣਾ ਮਿੱਠਾ ਲੱਗੇ, ਆਪਾਂ ਇਸ ਚੀਜ਼ ਨੂੰ ਕਬੂਲ ਕੀਤਾ ਅਤੇ ਅੱਜ ਸਾਨੂੰ ਮਾਣ ਮਹਿਸੂਸ ਹੋ ਰਿਹਾ। ਸਰ ਨੀਅਰ ਅਬਾਊਟ 45 ਮੈਡਲ ਇਹਦੇ ਕੋਲ ਹੈਗੇ ਆ, ਡਿਸਟ੍ਰਿਕਟ ਲੈਵਲ ਦੇ ਅਤੇ ਪੰਜਾਬ ਸਟੇਟ ਲੈਵਲ ਦੇ। ਅਤੇ ਹੁਣ ਤਾਂ ਜਿਹੜਾ ਨੈਸ਼ਨਲ ਲੈਵਲ ਦਾ ਸੈਕਿੰਡ ਜਿਹੜਾ ਅਵਾਰਡ ਲੈ ਕੇ ਆਈ ਆ, ਅਤੇ ਬੜਾ ਫਖਰ ਮਹਿਸੂਸ ਹੋਣ ਡਿਆ ਕਿ ਇੱਕ ਸਟੇਟ ਲੈਵਲ 'ਚੋਂ ਨਿਕਲ ਕੇ ਨੈਸ਼ਨਲ ਲੈਵਲ 'ਤੇ ਜਾਣਾ, ਨੈਸ਼ਨਲ ਲੈਵਲ 'ਤੇ ਜਾ ਕੇ ਇੱਕ ਆਲ ਓਵਰ ਇੰਡੀਆ ਦੇ ਵਿੱਚੋਂ ਇੱਕ ਸੈਕਿੰਡ ਪੋਜੀਸ਼ਨ 'ਤੇ ਆਉਣਾ। ਇਹਦਾ ਆਪਣਾ ਸ਼ੌਂਕ ਆ, ਜੋ ਕਰਨਾ ਚਾਹੇ ਆਪਾਂ ਦੇ ਨਾਲ ਖੜੇ ਹਾਂ। ਕੋਈ ਮੁਸ਼ਕਿਲ ਨਹੀਂ ਸਰ, ਇਹਦਾ ਆਪਣਾ ਸ਼ੌਂਕ ਸੀ। ਸਾਡੀ ਡਿਊਟੀ ਸਕੂਲ ਛੱਡਾਂ ਨਾਲ ਲੈਣਾ, ਬਾਕੀ ਉਸ ਤੋਂ ਬਾਅਦ ਹੀ ਕੋਈ ਟਿਊਸ਼ਨ ਨਹੀਂ ਹੈ, ਐਜੂਕੇਸ਼ਨ ਲਈ ਕੋਈ ਕੁਛ ਨਹੀਂ ਹੈ। ਖੁਦ ਹੀ ਮਿਹਨਤ ਕਰਦੀ, ਖੁਦ ਹੀ ਪੜ੍ਹਦੀ ਹੈ। ਇੱਕ ਮਾਂ ਪਿਓ ਦਾ ਵੀ ਏਮ ਹੁੰਦਾ ਨਾ ਵੀ ਸਾਡਾ ਬੱਚਾ ਜਿਹੜਾ ਪੜ੍ਹ ਕੇ ਜਿਹੜਾ ਇੱਥੋਂ ਤੱਕ ਪਹੁੰਚੇਗਾ। ਤੁਸੀਂ ਕੀ ਸੋਚਿਆ ਸੀਗਾ ਇਸ ਦੇ ਬਾਰੇ? ਸਰ ਆਪਾਂ ਜਿੱਥੋਂ ਤੱਕ ਪਹੁੰਚ ਗਏ ਸੋਚ ਹੀ ਨਹੀਂ ਸਕਦੇ। ਹੁਣ ਜਿੱਦਾਂ ਇਹ ਕਹਿਣ ਡਈ ਮੈਂ IPS ਕਰਨੀ ਹੈ ਅਤੇ ਅਸੀਂ ਕਹਿੰਦੇ ਜੋ ਕਰਨਾ ਕਰੋ, ਆਪਾਂ ਤੇਰੇ ਨਾਲ ਖਲੋਤੇ। ਸਰ ਪੇਂਟਿੰਗ ਤੇ ਕਿਹੜਾ ਸਪੋਰਟਸ 'ਤੇ ਬਣਾਈ ਸੀ ਇਹਨੇ, ਸਪੋਰਟਸ ਦੇ ਬੇਸ 'ਤੇ। ਅਤੇ ਉਸ ਤੋਂ ਬਾਅਦ ਸਮਾਨ 'ਤੇ ਤਾਂ ਜਿਹੜਾ ਹੁਣ ਚਾਹੀਦਾ ਉਹ ਮਿਲਦਾ ਹੀ ਰਹਿੰਦਾ ਇਹਨੂੰ, ਜੋ ਚਾਹੀਦਾ ਵਾ। ਹੁਣ ਪਿੱਛੇ ਨੇ ਆਇਲ ਪੇਂਟਿੰਗ ਦਾ ਸ਼ੁਰੂ ਕੀਤਾ ਸੀ, ਆਇਲ ਪੇਂਟਿੰਗ ਕਰਦੀ, ਗਲਾਸ ਪੇਂਟਿੰਗ ਦਾ ਕੀਤਾ ਸੀ, ਉਹ ਵੀ ਘਰ ਕਰਦੀ ਰਹਿੰਦੀ ਕੁਛ ਨਾ ਕੁਛ। 3000 ਦਾ ਇਹਨੂੰ ਸਰ ਚੈੱਕ ਮਿਲਿਆ ਇੱਕ, ਅਤੇ ਹੋਰ ਬਾਕੀ ਚੱਲਦਾ ਹੀ ਪਿਆ ਬਾਕੀ ਜੋ ਹੈਗਾ ਉੱਥੇ। ਪੰਜਾਬ ਸਰ ਮੇਰੀ ਤਾਂ ਸੈਂਟਰ ਸਰਕਾਰ ਜਾਂ ਪੰਜਾਬ ਸਰਕਾਰ ਇੱਕੋ ਹੀ ਮੰਗ ਹੈਗੀ ਆ ਕਿ ਇੱਦਾਂ ਦੇ ਬੱਚਿਆਂ ਨੂੰ ਬਾਹਰ ਕੱਢ ਕੇ ਲਿਆਂਦਾ ਜਾਏ, ਠੀਕ, ਅਤੇ ਉਹ ਅੱਗੇ ਤਰੱਕੀ ਕਰਨ, ਆਪਣੇ ਆਪ 'ਤੇ ਸਟੈਂਡ ਹੋ ਸਕਣ, ਕਿਉਂਕਿ ਕਿਸੇ 'ਤੇ ਡਿਪੈਂਡੈਂਟ ਨਾ ਰਹਿਣ। ਦੇਖੋ ਅੱਜ ਦਾ ਰਮੇਸ਼ ਸਰ ਆ, ਇਹ ਕਰ ਰਹੇ ਆ, ਠੀਕ ਹੈ। ਇਸ ਤਰ੍ਹਾਂ ਹੀ ਮੈਂ ਤਾਂ ਬਾਕੀ ਪੇਰੈਂਟਸ ਨੂੰ ਕਹਾਂਗਾ ਜਿਨ੍ਹਾਂ ਦੇ ਬੱਚੇ ਇੱਦਾਂ ਦੇ ਹੈਗੇ ਆ, ਠੀਕ ਹੈ, ਰਮੇਸ਼ ਸਾਹਿਬ ਨੂੰ ਕੰਟੈਕਟ ਕਰਨ ਆ ਕੇ, ਅਤੇ ਇਹ ਕੁਛ ਨਾ ਕੁਛ ਉਹਨਾਂ ਲਈ ਕਰਨਗੇ। ਕੋਈ ਐਜੂਕੇਸ਼ਨ ਲੈਵਲ ਦੀ ਜਿਹੜੇ ਬੱਚੇ ਜਿਸ ਬੱਚੇ 'ਚ ਜਿਹੜਾ ਇੰਟਰਸਟ ਹੋਏਗਾ ਉਹ ਇਹ ਉਸ ਲਾਈਨ 'ਚ ਉਹਨੂੰ ਕਨਵਰਟ ਕਰਾਉਣਗੇ, ਬੱਚੇ ਨੂੰ ਕਰਕੇ ਉਹਦੀ ਸਪੋਰਟ ਕਰਨਗੇ, ਹੈਲਪ ਕਰਨਗੇ, ਤਾਂ ਬੱਚਾ ਅਗਾਂਹ ਤਰੱਕੀ ਕਰ ਸਕਦਾ, ਜਿਸ ਤਰ੍ਹਾਂ ਸਾਡੀ ਬੇਟੀ ਨੇ ਕੀਤੀ। ਕਾਜਲ ਦੇ ਪਿਤਾ ਨਰਿੰਦਰ ਕੁਮਾਰ, ਜੋ ਕਿ ਧਾਰੀਵਾਲ ਦੇ ਨੇੜੇ ਹੀ ਬਿਧੀਪੁਰ ਵਿਖੇ ਟਾਈਲਾਂ ਦੀ ਦੁਕਾਨ ਕਰਦੇ ਹਨ, ਨੇ ਦੱਸਿਆ ਕਿ ਉਹਨਾਂ ਦੀਆਂ 2 ਲੜਕੀਆਂ ਹਨ
ਜਿਨ੍ਹਾਂ ਵਿੱਚੋਂ ਛੋਟੀ ਲੜਕੀ ਜਨਮ ਤੋਂ ਹੀ ਅਪਾਹਜ ਹੈ। ਉਹਨਾਂ ਦੱਸਿਆ ਕਿ ਬਚਪਨ ਵਿੱਚ ਹੀ ਕਾਜਲ ਨੂੰ ਆਪਣੇ ਆਪ ਪੜ੍ਹਨ ਲਿਖਣ ਦਾ ਸ਼ੌਂਕ ਜਾਗ ਪਿਆ ਅਤੇ ਉਹ ਪੇਂਟਿੰਗ ਵੀ ਕਰਨ ਲੱਗ ਪਈ। ਕਾਜਲ ਹੁਣ ਤੱਕ ਵੱਖ-ਵੱਖ ਪ੍ਰਤੀਯੋਗਿਤਾਵਾਂ ਵਿੱਚ 45 ਦੇ ਕਰੀਬ ਪੁਰਸਕਾਰ ਹਾਸਲ ਕਰ ਚੁੱਕੀ ਹੈ ਅਤੇ ਹੁਣ ਉਸ ਨੇ ਕੌਮੀ ਪੱਧਰ ਦੀ ਪੇਂਟਿੰਗ ਪ੍ਰਤੀਯੋਗਤਾ ਵਿੱਚ ਪੂਰੇ ਭਾਰਤ ਵਿੱਚ ਦੂਜਾ ਸਥਾਨ ਹਾਸਲ ਕਰਕੇ ਨਾ ਸਿਰਫ ਉਹਨਾਂ ਦਾ ਬਲਕਿ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ। ਗੁਰਦਾਸਪੁਰ ਤੋਂ ਨਿਤਿਨ ਲੂਥਰਾ ਦੀ ਰਿਪੋਰਟ, ਦਾ ਸਟੋਰੀ ਟੀਵੀ।